ਕਦੇ ਸੋਚਿਆ ਹੈ ਕਿ ਕੈਲੰਡਰ ਦੀ ਸਿਰਫ ਇੱਕ ਤਾਰੀਖ ਇੱਕ ਸਦੀ ਤੋਂ ਵੀ ਲੰਮੀ ਕਹਾਣੀ ਬਿਆਨ ਕਰ ਸਕਦੀ ਹੈ। ਇੱਕ ਅਜਿਹੀ ਕਹਾਣੀ ਜਿਸ ਵਿੱਚ ਇੱਕ ਸਾਮਰਾਜ ਦਾ ਅੰਤ ਹੋਵੇ, ਆਪਣੀ ਪਛਾਣ ਲਈ ਸੰਘਰਸ਼ ਹੋਵੇ ਅਤੇ ਭਵਿੱਖ ਲਈ ਇੱਕ ਸੁਪਨਾ ਹੋਵੇ। ਅੱਜ ਆਪਾਂ ਗੱਲ ਕਰਾਂਗੇ 13 ਮਾਰਚ ਦੀ। ਇਹੀ ਤਾਂ ਸਵਾਲ ਹੈ ਨਾ ਕਿ ਆਖਿਰ ਇੱਕ ਦਿਨ, ਸਿਰਫ ਇੱਕ ਤਾਰੀਖ 13 ਮਾਰਚ ਕਿਵੇਂ ਇੱਕ ਪੂਰੀ ਕੌਮ ਦੇ 130 ਸਾਲਾਂ ਦੇ ਸਫ਼ਰ ਨੂੰ, ਉਹਦੇ ਸੰਘਰਸ਼ ਨੂੰ, ਉਹਦੀ ਪਹਿਚਾਣ ਨੂੰ ਤੇ ਉਹਦੇ ਸੁਪਨਿਆਂ ਨੂੰ ਆਪਣੇ ਅੰਦਰ ਸਮੇਟ ਸਕਦੀ ਆ। ਚਲੋ ਅੱਜ ਇਸੇ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਆਪਣਾ ਸਫ਼ਰ 13 ਮਾਰਚ ਦੀਆਂ 6 ਅਲੱਗ-ਅਲੱਗ ਘਟਨਾਵਾਂ 'ਚ ਹੋ ਕੇ ਗੁਜ਼ਰੇਗਾ। 1849 'ਚ ਇੱਕ ਸਾਮਰਾਜ ਦਾ ਡੁੱਬਣਾ, 1921 'ਚ ਪਛਾਣ ਦਾ ਇੱਕ ਵੱਡਾ ਸਵਾਲ, ਫਿਰ 1940 'ਚ ਬਦਲੇ ਦੀ ਇੱਕ ਕਹਾਣੀ ਤੇ ਆਖਰ 'ਚ 1981 'ਚ ਭਵਿੱਖ ਲਈ ਇੱਕ ਸੱਦਾ। ਸੋਚੋ, ਹਰ ਇੱਕ ਘਟਨਾ ਇਸ ਵੱਡੀ ਕਹਾਣੀ ਦਾ ਇੱਕ ਅਹਿਮ ਹਿੱਸਾ ਹੈ। ਚਲੋ ਫਿਰ ਕਹਾਣੀ ਨੂੰ ਸ਼ੁਰੂ ਤੋਂ ਹੀ ਫੜਦੇ ਹਾਂ, ਉਸ ਮੋੜ ਤੋਂ ਜਿੱਥੋਂ ਸਭ ਕੁਝ ਬਦਲ ਗਿਆ। ਇਹ ਸਭ ਕੁਝ ਇੱਕ ਲੜਾਈ ਨਾਲ ਸ਼ੁਰੂ ਹੋਇਆ, ਇੱਕ ਅਜਿਹੀ ਲੜਾਈ ਜਿਸ ਨੇ ਆਉਣ ਵਾਲੇ ਸਮੇਂ ਦੀ ਪੂਰੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ। ਇਹ ਸਾਲ ਸੀ 1849 ਤੇ ਲੜਾਈ ਸੀ ਗੁਜਰਾਤ ਦੀ। ਇਹ ਸਿੱਖ ਸਾਮਰਾਜ ਦੀ ਅੰਗਰੇਜ਼ੀ ਫੌਜਾਂ ਨਾਲ ਆਖਰੀ ਤੇ ਫੈਸਲਾਕੁਨ ਟੱਕਰ ਸੀ। ਬਹਾਦੁਰੀ ਤਾਂ ਬਹੁਤ ਦਿਖਾਈ ਗਈ, ਪਰ ਨਤੀਜਾ ਹਾਰ 'ਚ ਨਿਕਲਿਆ। ਤੇ ਇਸ ਦਾ ਮਤਲਬ ਕੀ ਸੀ? ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ। ਪਰ ਇਹ ਸਿਰਫ ਇੱਕ ਜੰਗ ਦੀ ਹਾਰ ਨਹੀਂ ਸੀ, ਇਹ ਤਾਂ ਪ੍ਰਭੂ ਸੱਤਾ ਖੋ ਜਾਣ ਦੀ ਗੱਲ ਸੀ। ਇੱਕ ਅਜਿਹਾ ਪਲ ਜਿਸ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਤੇ ਗਹਿਰਾ ਅਸਰ ਪਾਉਣਾ ਸੀ। ਜਦੋਂ ਸਾਮਰਾਜ ਚਲਾ ਗਿਆ ਤਾਂ ਲੜਾਈ ਦਾ ਮੈਦਾਨ ਵੀ ਬਦਲ ਗਿਆ। ਹੁਣ ਜੰਗ ਤਲਵਾਰਾਂ ਨਾਲ ਨਹੀਂ, ਸਗੋਂ ਵਿਚਾਰਾਂ ਤੇ ਸ਼ਬਦਾਂ ਨਾਲ ਲੜੀ ਜਾਣੀ ਸੀ। ਇਹ ਇੱਕ ਨਵੀਂ ਲੜਾਈ ਸੀ, ਆਪਣੀ ਪਛਾਣ ਨੂੰ ਬਚਾਉਣ ਤੇ ਪਰਿਭਾਸ਼ਿਤ ਕਰਨ ਦੀ ਲੜਾਈ। ਇਸੇ ਦੌਰ 'ਚ 1921 ਵਿੱਚ ਮਹਾਤਮਾ ਗਾਂਧੀ ਨੇ ਆਪਣੇ ਮੈਗਜ਼ੀਨ ਨਵਜੀਵਨ ਵਿੱਚ ਇੱਕ ਬਹੁਤ ਹੀ ਅਹਿਮ ਗੱਲ ਲਿਖੀ। ਉਹਨਾਂ ਨੇ ਮੰਨਿਆ ਕਿ ਸਿੱਖ ਆਪਣੇ ਆਪ ਨੂੰ ਹਿੰਦੂਆਂ ਤੋਂ ਇੱਕ ਵੱਖਰਾ ਭਾਈਚਾਰਾ ਸਮਝਦੇ ਨੇ ਤੇ ਉਹਨਾਂ ਨੂੰ ਅਜਿਹਾ ਕਰਨ ਦਾ ਪੂਰਾ ਹੱਕ ਹੈ। ਕਿਸੇ ਬਾਹਰੀ ਸ਼ਖਸੀਅਤ ਵੱਲੋਂ ਇਹ ਗੱਲ ਮੰਨਣਾ ਉਸ ਸਮੇਂ ਚੱਲ ਰਹੀ ਪਛਾਣ ਦੀ ਬਹਿਸ ਵਿੱਚ ਇੱਕ ਵੱਡਾ ਮੋੜ ਸੀ। ਤੇ ਇੱਥੇ ਦੇਖੋ, ਅਸਲ ਗੱਲ ਕੀ ਸੀ? ਇੱਕ ਪਾਸੇ ਗਾਂਧੀ ਜੀ ਦਾ ਨਿੱਜੀ ਵਿਚਾਰ ਸੀ ਕਿ ਸਿੱਖ ਇੱਕ ਵੱਡੀ ਹਿੰਦੂ ਪਛਾਣ ਦਾ ਹੀ ਹਿੱਸਾ ਹਨ, ਪਰ ਦੂਜੇ ਪਾਸੇ ਸਿੱਖ ਕੌਮ ਦੀ ਆਪਣੀ ਸੋਚ ਬਿਲਕੁਲ ਸਾਫ਼ ਸੀ। ਉਹ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਮੰਨਦੇ ਸਨ ਜਿਸ ਦਾ ਇੱਕੋ ਇੱਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਸੋਚ ਦਾ ਇਹ ਫਰਕ ਬਹੁਤ ਵੱਡਾ ਸੀ ਤੇ ਇਸ ਦੀ ਅਹਿਮੀਅਤ ਅੱਜ ਵੀ ਹੈ। ਹੁਣ ਥੋੜਾ ਅੱਗੇ ਚੱਲਦੇ ਹਾਂ। ਸਾਲ 1928 'ਚ ਪਛਾਣ ਦੀ ਇਹ ਗੱਲ ਹੁਣ ਇੱਕ ਰਸਮੀ ਰਾਜਨੀਤਿਕ ਆਵਾਜ਼ ਬਣਨ ਲੱਗੀ ਸੀ। ਜਦੋਂ ਅੰਗਰੇਜ਼ ਸਰਕਾਰ ਨੇ ਸੰਵਿਧਾਨਕ ਸੁਧਾਰਾਂ ਲਈ ਸਾਈਮਨ ਕਮਿਸ਼ਨ ਭਾਰਤ ਭੇਜਿਆ ਤਾਂ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੱਤਾ। ਉਹਨਾਂ ਨੇ ਸਿੱਖ ਕੌਮ ਦੀਆਂ ਰਾਜਨੀਤਿਕ ਚਿੰਤਾਵਾਂ ਤੇ ਸ਼ਿਕਾਇਤਾਂ ਨੂੰ ਬਕਾਇਦਾ ਕਮਿਸ਼ਨ ਦੇ ਸਾਹਮਣੇ ਰੱਖਿਆ। ਮਤਲਬ ਹੁਣ ਗੱਲ ਸਿਰਫ ਇਹ ਦੱਸਣ ਦੀ ਨਹੀਂ ਸੀ ਕਿ ਅਸੀਂ ਕੌਣ ਹਾਂ, ਬਲਕਿ ਇਹ ਦੱਸਣ ਦੀ ਸੀ ਕਿ ਸਾਨੂੰ ਚਾਹੀਦਾ ਕੀ ਹੈ। ਪਰ ਦੇਖੋ, ਇਹ ਸੰਘਰਸ਼ ਸਿਰਫ ਕਮੇਟੀਆਂ ਤੇ ਬਹਿਸਾਂ ਤੱਕ ਹੀ ਨਹੀਂ ਰੁਕਿਆ। ਇਸ ਦਾ ਇੱਕ ਹੋਰ ਰੂਪ ਵੀ ਸੀ, ਇੱਕ ਇਨਕਲਾਬੀ, ਇੱਕ ਜੁਝਾਰੂ ਰੂਪ, ਇੱਕ ਅਜਿਹਾ ਰੂਪ ਜੋ ਇਤਿਹਾਸ 'ਚ ਹੋਈਆਂ ਬੇਇਨਸਾਫੀਆਂ ਦਾ ਹਿਸਾਬ ਮੰਗ ਰਿਹਾ ਸੀ। ਤੇ ਇਹੀ ਸਾਨੂੰ ਲੈ ਕੇ ਆਂਦਾ ਹੈ 1940 'ਚ 13 ਮਾਰਚ ਦੀ ਇੱਕ ਬਹੁਤ ਹੀ ਨਾਟਕੀ ਘਟਨਾ ਤੇ। ਨਿਸ਼ਾਨੇ ਤੇ ਸੀ ਸਰ ਮਾਈਕਲ ਓਡਵਾਇਰ, ਉਹੀ ਸ਼ਖਸ ਜਿਸ ਨੂੰ 1919 ਦੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਇੱਕ ਮੁੱਖ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਤੇ ਬਦਲਾ ਲੈਣ ਵਾਲਾ ਕੌਣ ਸੀ? ਊਧਮ ਸਿੰਘ। 2 ਦਹਾਕਿਆਂ ਤੋਂ ਵੀ ਵੱਧ ਸਮਾਂ ਉਡੀਕਣ ਤੋਂ ਬਾਅਦ ਲੰਡਨ ਦੇ ਕੈਕਸਟਨ ਹਾਲ ਵਿੱਚ ਉਨ੍ਹਾਂ ਨੇ ਆਪਣਾ ਮਕਸਦ ਪੂਰਾ ਕੀਤਾ। ਬਹੁਤ ਸਾਰੇ ਲੋਕਾਂ ਲਈ ਇਹ ਸਿਰਫ ਇੱਕ ਕਤਲ ਨਹੀਂ, ਬਲਕਿ ਇੱਕ ਕੌਮੀ ਜ਼ਖਮ ਦਾ ਬਦਲਾ ਸੀ। ਊਧਮ ਸਿੰਘ ਦਾ ਇਹ ਕਦਮ ਕੋਈ ਇਕੱਲੀਕਾਰੀ ਘਟਨਾ ਨਹੀਂ ਸੀ। ਇਹ ਉਸ ਵੇਲੇ ਦੀ ਇੱਕ ਵੱਡੀ ਇਨਕਲਾਬੀ ਲਹਿਰ ਦਾ ਹਿੱਸਾ ਸੀ। ਇਸੇ ਲਹਿਰ ਦੀ ਇੱਕ ਮਿਸਾਲ ਸੀ ਗਦਰ ਪਾਰਟੀ, ਇੱਕ ਅਜਿਹੀ ਜਥੇਬੰਦੀ ਜੋ ਵਿਦੇਸ਼ੀ ਧਰਤੀ ਤੇ ਬੈਠ ਕੇ ਭਾਰਤ 'ਚੋਂ ਅੰਗਰੇਜ਼ੀ ਰਾਜ ਨੂੰ ਜੜੋਂ ਪੁੱਟਣ ਦੇ ਮਕਸਦ ਨਾਲ ਬਣੀ ਸੀ। ਤੇ ਦੇਖੋ 13 ਮਾਰਚ ਨਾਲ ਇੱਕ ਹੋਰ ਕੜੀ ਕਿਵੇਂ ਜੁੜਦੀ ਹੈ। ਸਾਲ 1977 ਵਿੱਚ ਇਸੇ ਤਾਰੀਖ ਨੂੰ ਪੰਜਾਬ ਗਦਰ ਪਾਰਟੀ ਦੇ ਇੱਕ ਬਹੁਤ ਵੱਡੇ ਆਗੂ ਗੁਰਮੁਖ ਸਿੰਘ ਲਲਤੋਂ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਦਾ ਜਾਣਾ ਉਸ ਪੂਰੀ ਇਨਕਲਾਬੀ ਲਹਿਰ ਦੇ ਇੱਕ ਯੁੱਗ ਦਾ ਅੰਤ ਸੀ। ਇਸ ਤਰ੍ਹਾਂ 13 ਮਾਰਚ ਦੇ ਇਤਿਹਾਸ ਵਿੱਚ ਇੱਕ ਹੋਰ ਪੰਨਾ ਜੁੜ ਗਿਆ। ਸਮੇਂ ਦਾ ਪਹੀਆ ਘੁੰਮਦਾ ਹੈ, ਦਹਾਕੇ ਬੀਤ ਜਾਂਦੇ ਨੇ ਤੇ ਕਹਾਣੀ ਇੱਕ ਵਾਰੀ ਫਿਰ ਤੋਂ ਨਵਾਂ ਮੋੜ ਲੈਂਦੀ ਹੈ। ਹੁਣ ਗੱਲ ਵਿਰੋਧ ਜਾਂ ਬਦਲੇ ਦੀ ਨਹੀਂ, ਬਲਕਿ ਭਵਿੱਖ ਲਈ ਇੱਕ ਸਪਸ਼ਟ ਨਜ਼ਰੀਏ ਦੀ ਹੋ ਰਹੀ ਸੀ। ਗੱਲ ਹੋ ਰਹੀ ਸੀ ਸਵੈ ਸ਼ਾਸਨ ਦੀ। ਹੁਣ ਆਪਾਂ ਪਹੁੰਚ ਗਏ ਹਾਂ 1981 'ਚ। ਇਸ ਸਾਲ ਆਲ ਇੰਡੀਆ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ।
ਤੇ ਕੋਈ ਆਮ ਕਾਨਫਰੰਸ ਨਹੀਂ ਸੀ, ਇਹ 54ਵੀਂ ਕਾਨਫਰੰਸ ਸੀ। ਸੋਚੋ, ਇਹ ਕੋਈ ਨਵੀਂ ਬਣੀ ਸੰਸਥਾ ਨਹੀਂ ਸੀ, ਬਲਕਿ ਇੱਕ ਪੁਰਾਣੀ ਤੇ ਸਥਾਪਿਤ ਸੰਸਥਾ ਸੀ, ਤੇ ਇਸੇ ਕਰਕੇ ਜੋ ਇਸ ਕਾਨਫਰੰਸ 'ਚ ਹੋਇਆ, ਉਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਇਸੇ ਕਾਨਫਰੰਸ ਦੇ ਆਖਰੀ ਦਿਨ ਯਾਨੀ ਕਿ 13 ਮਾਰਚ ਨੂੰ ਇੱਕ ਮਤਾ ਪਾਸ ਕੀਤਾ ਗਿਆ ਤੇ ਇਸ ਮਤੇ 'ਚ ਕੀ ਸੀ? ਇਸ 'ਚ ਸਿੱਖ ਸਵੈ ਸ਼ਾਸਨ ਦੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਅੰਤਰਰਾਸ਼ਟਰੀ ਸੰਸਥਾ ਬਣਾਉਣ ਦਾ ਸੱਦਾ ਦਿੱਤਾ ਗਿਆ ਸੀ। ਇਹ ਇੱਕ ਬਹੁਤ ਵੱਡਾ ਇਤਿਹਾਸਿਕ ਪਲ ਸੀ। ਹੁਣ ਸਿੱਖ ਕੌਮ ਸਿਰਫ ਆਪਣੀ ਪਹਿਚਾਣ ਜਾਂ ਹੱਕਾਂ ਦੀ ਗੱਲ ਨਹੀਂ ਸੀ ਕਰ ਰਹੀ, ਸਗੋਂ ਆਪਣੇ ਆਖਰੀ ਨਿਸ਼ਾਨੇ ਯਾਨੀ ਸਵੈ ਸ਼ਾਸਨ ਦਾ ਖੁੱਲ੍ਹ ਕੇ ਐਲਾਨ ਕਰ ਰਹੀ ਸੀ। ਤਾਂ ਫਿਰ ਜਦੋਂ ਆਪਾਂ 1849 ਤੋਂ ਲੈ ਕੇ 1981 ਤੱਕ ਦੀਆਂ ਇਹਨਾਂ ਸਾਰੀਆਂ ਕੜੀਆਂ ਨੂੰ ਜੋੜਦੇ ਹਾਂ, ਤਾਂ ਇਹ ਇੱਕ ਦਿਨ 13 ਮਾਰਚ ਸਾਨੂੰ ਆਖਿਰ ਦੱਸਦਾ ਕੀ ਹੈ? ਇਹ ਕਹਾਣੀ ਹੈ ਹਾਰ ਨਾ ਮੰਨਣ ਦੀ, ਲਚਕੀਲੇਪਣ ਦੀ। ਇਹ ਸ਼ੁਰੂ ਹੁੰਦੀ ਹੈ ਇੱਕ ਸਾਮਰਾਜ ਦੇ ਖੁੱਸ ਜਾਣ ਦੇ ਵੱਡੇ ਦੁੱਖ ਨਾਲ। ਫਿਰ ਇਹ ਅੱਗੇ ਵੱਧਦੀ ਹੈ ਆਪਣੀ ਪਹਿਚਾਣ ਨੂੰ ਬਚਾਉਣ ਲਈ ਇੱਕ ਰਾਜਨੀਤਿਕ ਤੇ ਵਿਚਾਰਧਾਰਕ ਲੜਾਈ ਦੇ ਰੂਪ ਵਿੱਚ। ਇਸ ਵਿੱਚ ਇਨਸਾਫ ਲਈ ਲੜਨ ਦਾ ਇਨਕਲਾਬੀ ਜਜ਼ਬਾ ਵੀ ਹੈ ਤੇ ਆਖਿਰ ਵਿੱਚ ਇਹ ਇੱਕ ਰਾਜਨੀਤਿਕ ਭਵਿੱਖ ਲਈ ਇੱਕ ਵੱਡੇ ਸੱਦੇ ਤੇ ਆ ਕੇ ਖਤਮ ਹੁੰਦੀ ਹੈ। ਨੁਕਸਾਨ, ਪਹਿਚਾਣ, ਇਨਸਾਫ ਤੇ ਭਵਿੱਖ ਦੀ ਆਸ, ਸਭ ਕੁਝ ਇੱਕੋ ਤਾਰੀਖ ਦੇ ਧਾਗੇ ਵਿੱਚ ਪਰੋਇਆ ਹੋਇਆ। ਤੇ ਆਖਿਰ ਵਿੱਚ ਇਹ ਸਾਨੂੰ ਇੱਕ ਵੱਡੇ ਸਵਾਲ ਨਾਲ ਛੱਡ ਜਾਂਦਾ ਹੈ। ਇਸ ਗੱਲ ਦੇ ਕੀ ਮਾਇਨੇ ਨੇ ਜਦੋਂ ਕੈਲੰਡਰ ਦਾ ਇੱਕ ਸਧਾਰਨ ਜਿਹਾ ਦਿਨ ਇੱਕ ਸ਼ੀਸ਼ਾ ਬਣ ਜਾਵੇ, ਇੱਕ ਅਜਿਹਾ ਸ਼ੀਸ਼ਾ ਜਿਸ ਵਿੱਚ ਇੱਕ ਪੂਰੀ ਕੌਮ ਦਾ ਸਫ਼ਰ ਦਿਸਦਾ ਹੋਵੇ, ਉਸ ਦੇ ਅਤੀਤ ਦਾ ਦਰਦ, ਉਸ ਦੇ ਵਰਤਮਾਨ ਦਾ ਸੰਘਰਸ਼ ਤੇ ਉਸ ਦੇ ਭਵਿੱਖ ਦੇ ਸੁਪਨੇ।